तो अज आप करांगे मिरर इक्वेशन। सो टुडेज टॉपिक इज मिरर इक्वेशन। ਜਦੋਂ ਵੀ ਅਸੀਂ ਰਿਫਲੈਕਸ਼ਨ ਬਾਰੇ ਗੱਲ ਕਰਦੇ ਹਾਂ ਤਾਂ ਸਾਨੂੰ ਇੱਕ ਦੋ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਪੈਣਾ। ਪਹਿਲੀ ਗੱਲ ਇਹ ਆ, ਜਦੋਂ ਵੀ ਕੋਈ ਡਾਇਗਰਾਮ ਬਣਾਉਂਦੇ ਆ ਉਹਨੂੰ ਪ੍ਰੈਕਟਿਸ ਦੀ ਲੋੜ ਆ। ਪ੍ਰੈਕਟਿਸ ਕਰੋਗੇ ਤਾਂ ਹੀ ਸਹੀ ਬਣੂਗੀ ਐਗਜ਼ਾਮ ਦੇ ਵਿੱਚ। ਹੁਣ ਜਦੋਂ ਵੀ ਰੇ ਡਾਇਗਰਾਮ ਬਣਾਉਣੀ ਆ ਉਦੋਂ ਕਿਹੜੀਆਂ ਰੇਜ਼ ਅਸੀਂ ਲੈ ਸਕਦੇ ਹਾਂ। ਪਹਿਲੀ ਤਾਂ ਗੱਲ ਇਹ ਸਮਝੀਏ ਵੀ ਜਦੋਂ ਵੀ ਕਿਸੇ ਵੀ ਆਬਜੈਕਟ ਦਾ ਆਪਾਂ ਇਮੇਜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਉਸ ਆਬਜੈਕਟ ਤੋਂ ਇਨਫਾਈਨਾਈਟ ਰੇਜ਼ ਮਿਰਰ ਵੱਲ ਨੂੰ ਵੀ ਜਾਂਦੀਆਂ ਨੇ, ਆਲੇ ਦੁਆਲੇ ਨੂੰ ਵੀ ਜਾਂਦੀਆਂ ਨੇ। ਅਸੀਂ ਉਹਨਾਂ ਦੇ ਵਿੱਚੋਂ ਇੱਕ ਜਾਂ ਦੋ ਜਾਂ ਤਿੰਨ ਰੇਜ਼ ਆਪਣੇ ਮਤਲਬ ਦੀਆਂ ਸਿਲੈਕਟ ਕਰਨੀਆਂ ਜਿਹਦੇ ਨਾਲ ਅਸੀਂ ਇਮੇਜ ਤੱਕ ਪਹੁੰਚਦੇ ਹਾਂ। ਉਹ ਜਿਹੜੀਆਂ ਰੇਜ਼ ਨੇ ਆਫਟਰ ਜਿਹੜੀਆਂ ਆਬਜੈਕਟ ਤੋਂ ਚੱਲਦੀਆਂ ਨੇ ਇਨਫਾਈਨਾਈਟ ਰੇਜ਼ ਨੇ, ਅਤੇ ਆਫਟਰ ਰਿਫਲੈਕਸ਼ਨ ਫਰੋਮ ਦੀ ਮਿਰਰ, ਚਾਹੇ ਆਪਾਂ ਅਗਲੇ ਚੈਪਟਰ 'ਚ ਰੀਫਰੈਕਸ਼ਨ ਪੜ੍ਹਾਂਗੇ, ਤੋ ਆਫਟਰ ਰਿਫਲੈਕਸ਼ਨ ਔਰ ਰਿਫਲੈਕਸ਼ਨ ਉਸ ਤੋਂ ਬਾਅਦ ਉਹ ਕਿਸੇ ਪੁਆਇੰਟ 'ਤੇ ਮੀਟ ਕਰਦੀਆਂ ਨੇ, ਇੰਟਰਸੈਕਟ ਕਰਦੀਆਂ। ਜਿਹੜੇ ਪੁਆਇੰਟ 'ਤੇ ਇੰਟਰਸੈਕਟ ਕਰਦੀਆਂ ਨੇ ਉੱਥੇ ਸਾਡਾ ਇਮੇਜ ਬਣ ਜਾਂਦਾ। ਸੋ ਦੇਰ ਇਜ਼ ਏ ਪੁਆਇੰਟ ਟੂ ਪੁਆਇੰਟ ਕੋਰਸਪੋਂਡੈਂਸ ਬਿਟਵੀਨ ਆਬਜੈਕਟ ਐਂਡ ਇਮੇਜ। ਜਿਹੜੇ ਪੁਆਇੰਟ ਦਾ ਆਬਜੈਕਟ ਜਿਹੜੇ ਆਬਜੈਕਟ ਦੇ ਪੁਆਇੰਟ ਤੋਂ ਰੇਜ਼ ਆ ਰਹੀਆਂ ਨੇ ਉਸੇ ਤਰ੍ਹਾਂ ਦਾ ਹੀ ਸਾਨੂੰ ਇੱਕ ਪੁਆਇੰਟ ਐਜ਼ ਏ ਇਮੇਜ ਮਿਲਦਾ ਹੈ। ਸੋ ਪਹਿਲਾਂ ਅਸੀਂ ਦੇਖ ਲਈਏ ਅਸੀਂ ਕਿਹੜੀਆਂ ਰੇਜ਼ ਲੈ ਸਕਦੇ ਹਾਂ। ਸੋ ਪਹਿਲੀ, ਜਿਵੇਂ ਮੈਂ ਇੱਥੇ ਤੁਹਾਨੂੰ ਇੱਕ ਡਾਇਗਰਾਮ ਦੇ ਨਾਲ ਦਿਖਾ ਦਿੰਦਾ। ਸਪੋਜ਼ ਕਰ ਲਈਏ ਸਾਡੇ ਕੋਲ ਇਹ ਕੋਈ ਕਨਕੇਵ ਮਿਰਰ ਹੈ, ਪਿਛਲੇ ਪਾਸੇ ਪੋਲਿਸ਼ ਕੀਤੀ ਹੋਈ ਹੈ, ਅਤੇ ਇਹਦਾ ਮਤਲਬ ਇਹਦਾ ਇੱਧਰਲਾ ਪਾਸਾ ਸ਼ਾਈਨਿੰਗ ਆ ਅਤੇ ਰਿਫਲੈਕਟਿੰਗ ਸਰਫੇਸ ਸਾਡੀ ਇੱਧਰਲੀ ਹੋਊਗੀ। ਹੁਣ ਅਸੀਂ ਇੱਕ ਪ੍ਰਿੰਸੀਪਲ ਐਕਸਿਸ ਚੂਜ਼ ਕਰਦੇ ਹਾਂ ਜਿਹੜਾ ਪੋਲ ਦੇ ਵਿੱਚੋਂ ਦੀ ਲੰਘੇਗਾ। ਸੋ ਇਸ ਪੁਆਇੰਟ ਨੂੰ ਅਸੀਂ ਯੂਜ਼ਲੀ ਪੀ ਲੈਂਦੇ ਹਾਂ। ਅਤੇ ਸਪੋਜ਼ ਕਰੀਏ ਸਾਡੇ ਕੋਲ ਇਸ ਪੁਆਇੰਟ 'ਤੇ ਇਹਦਾ ਸੈਂਟਰ ਆਫ ਕਰਵੇਚਰ ਆ, ਅਤੇ ਮੈਂ ਤੁਹਾਨੂੰ ਦੱਸਿਆ ਸੀ ਵੀ ਇੱਥੇ ਸਮਵੇਅਰ ਇਨ ਬਿਟਵੀਨ ਸੀ ਐਂਡ ਪੀ ਅਸੀਂ ਫੋਕਸ ਚੂਜ਼ ਕਰਦੇ ਹਾਂ। ਕਲੀਅਰ? ਹੁਣ ਕਿਹੜੀਆਂ ਰੇਜ਼ ਅਸੀਂ ਚੂਜ਼ ਕਰਨੀਆਂ। ਸਪੋਜ਼ ਕਰੀਏ ਸਾਡੇ ਕੋਲ ਜਿਹੜਾ ਆਬਜੈਕਟ ਆ ਉਹ ਇੱਥੇ ਪਿਆ ਬਿਯੋਂਡ ਸੀ, ਜਾਂ ਇਹਨੂੰ ਕਹਿ ਸਕਦੇ ਹਾਂ ਕਿ ਇੱਥੇ ਤੱਕ ਸਾਡੀ ਫੋਕਲ ਲੈਂਥ ਹੋ ਗਈ, ਇੱਥੇ ਤੱਕ ਸਾਡੀ ਡਬਲ ਫੋਕਲ ਲੈਂਥ ਹੋ ਗਈ 2f, ਅਤੇ ਆਬਜੈਕਟ ਇਜ਼ ਪਲੇਸਡ ਆਊਟਸਾਈਡ 2f ਜਾਂ ਬਿਯੋਂਡ 2f। ਗੱਲ ਕਰ ਲੈਂਦੇ ਹਾਂ ਵੀ ਇਹਦਾ ਨਾਂ ਅਸੀਂ ਰੱਖ ਦਈਏ AB। ਸਪੋਜ਼ ਕਰੀਏ A ਪੁਆਇੰਟ ਅਤੇ B ਪੁਆਇੰਟ ਨੂੰ ਅਸੀਂ ਐਜ਼ ਏ ਆਬਜੈਕਟ ਪੁਆਇੰਟ ਮੰਨਦੇ ਹਾਂ। ਅਸੀਂ B ਪੁਆਇੰਟ ਤੋਂ ਟੋਪ ਮੋਸਟ ਪੁਆਇੰਟ ਆ ਜਿਹੜਾ ਉਹ ਤੋਂ ਜਿਹੜੀਆਂ ਰੇਜ਼ ਆਉਂਦੀਆਂ ਨੇ ਆਫਟਰ ਰਿਫਲੈਕਸ਼ਨ ਕਿੱਥੇ ਜਾਣਗੀਆਂ ਤਾਂ ਉਹ ਦੇਖਦੇ ਹਾਂ। ਰੇਜ਼ ਤੁਹਾਨੂੰ ਦੱਸਿਆ ਜਿਵੇਂ ਇਨਫਾਈਨਾਈਟ ਆਉਂਦੀਆਂ ਸਾਰੇ ਪਾਸੇ ਨੂੰ, ਅਸੀਂ ਕਿਹੜੀਆਂ ਸਿਲੈਕਟ ਕਰ ਸਕਦੇ ਹਾਂ। ਪਹਿਲੀ ਜਿਹੜੀ ਆਪਾਂ ਫੋਕਸ ਦੀ ਐਗਜ਼ਾਮਪਲ ਲਈ ਸੀ, ਫੋਕਸ ਦੀ ਡੈਫੀਨੇਸ਼ਨ ਤੋਂ, ਰੇਜ਼ ਕਮਿੰਗ ਪੈਰਲਲ ਟੂ ਦੀ ਪ੍ਰਿੰਸੀਪਲ ਐਕਸਿਸ ਆਫਟਰ ਰਿਫਲੈਕਸ਼ਨ ਦੇ ਪਾਸ ਥਰੂ ਦੀ ਫੋਕਸ। ਸੋ ਇੱਕ ਰੇ ਅਸੀਂ ਉਹ ਲੈ ਸਕਦੇ ਹਾਂ ਜਿਹੜੀ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਜਾਂਦੀ ਆ ਅਤੇ ਆਫਟਰ ਰਿਫਲੈਕਸ਼ਨ ਫਰੋਮ ਦੀ ਸਰਫੇਸ ਇਟ ਪਾਸਿਸ ਥਰੂ ਦੀ ਫੋਕਸ। ਦੂਸਰੀ ਰੇ ਅਸੀਂ ਉਹ ਲੈ ਸਕਦੇ ਹਾਂ ਜਿਹੜੀ ਸਿੱਧੀ ਸੀ ਦੇ ਵਿੱਚੋਂ ਦੀ ਲੰਘਦੀ ਆ। ਜਿਹੜੀ ਰੇ ਸੀ ਦੇ ਵਿੱਚੋਂ ਦੀ ਲੰਘੂਗੀ ਜੇਕਰ ਉਹ ਮਿਰਰ 'ਤੇ ਪੈ ਕੇ ਵਾਪਸ ਆਉਂਦੀ ਆ ਤਾਂ ਇਟ ਵਿਲ ਰੀਟਰੇਸ ਇਟਸ ਪਾਥ। ਮਤਲਬ ਕਹਿਣ ਦਾ ਇਹ ਹੋਇਆ ਵੀ ਇੱਥੋਂ ਇੱਕ ਰੇ ਜੇਕਰ ਸੀ ਦੇ ਵਿੱਚੋਂ ਦੀ ਲੰਘੂਗੀ ਐਂਡ ਇਫ ਆਵਰ ਮਿਰਰ ਇਜ਼ ਐਕਸਟੈਂਡਡ ਅਪ ਟੂ ਹੇਅਰ ਦੈਨ ਆਫਟਰ ਰਿਫਲੈਕਸ਼ਨ ਫਰੋਮ ਦੀ ਮਿਰਰ ਇਟ ਵਿਲ ਰੀਟਰੇਸ ਇਟਸ ਪਾਥ। ਮਤਲਬ ਜਿਵੇਂ ਆਉਂਦੀ ਆ ਉਵੇਂ ਹੀ ਵਾਪਸ ਮੁੜ ਜੂਗੀ। ਕਿਉਂ ਮੁੜ ਜੂਗੀ? ਕਿਉਂਕਿ ਸੀ ਇਜ਼ ਦੀ ਸੈਂਟਰ ਆਫ ਦੀ ਸਫੀਅਰ ਆਫ ਵਿਚ ਦਿਸ ਮਿਰਰ ਇਜ਼ ਏ ਪਾਰਟ। ਤੋ ਇਹਦਾ ਮਤਲਬ ਆਹ ਰੇਡੀਅਸ ਹੋ ਗਿਆ, ਅਤੇ ਰੇਡੀਅਸ ਹੁੰਦਾ ਮਿਰਰ ਦੇ ਉੱਤੇ ਨੋਰਮਲ। ਤੋ ਇਹ ਨੋਰਮਲ ਦੇ ਨਾਲ ਆਉਂਦੀ ਆ ਤਾਂ ਐਂਗਲ ਆਫ ਇੰਸੀਡੈਂਸ ਕਿੰਨਾ ਹੋ ਗਿਆ? 0। ਅਤੇ ਐਂਗਲ ਆਫ ਇੰਸੀਡੈਂਸ ਜੇ 0 ਆ ਤਾਂ ਐਂਗਲ ਆਫ ਰਿਫਲੈਕਸ਼ਨ ਵੀ 0 ਹੋਏਗਾ। ਤੋ ਇਟ ਵਿਲ ਰੀਟਰੇਸ ਇਟਸ ਪਾਥ। ਹੁਣ ਜਿਹੜੀ ਪਹਿਲੀ ਰੇ ਕੰਸੀਡਰ ਕੀਤੀ ਸੀ ਉਹ ਪ੍ਰਿੰਸੀਪਲ ਐਕਸਿਸ ਦੇ ਪੈਰਲਲ ਗਈ ਸੀ ਅਤੇ ਫੋਕਸ ਵਿੱਚ ਉਹਦੀ ਲੰਘ ਗਈ ਸੀ। ਇਹਦਾ ਉਲਟ ਵੀ ਪੋਸੀਬਲ ਆ। ਜੇਕਰ ਕੋਈ ਰੇ, ਇਹ ਹੁਣ ਥਰਡ ਕੇਸ ਲੈ ਰਹੇ ਹਾਂ, ਪਹਿਲੇ ਹੀ ਆਪਾਂ ਆਹ ਵਾਲੀ
ਰੇ ਅਸਿਊਮ ਕੀਤੀ, ਦੂਸਰੀ ਰੇ ਸਾਡੀ ਅਸੀਂ ਆਹ ਅਸਿਊਮ ਕੀਤੀ, ਤੀਸਰੀ ਕਰਨ ਲੱਗੇ ਜਿਹੜੀ ਫੋਕਸ ਦੇ ਵਿੱਚੋਂ ਦੀ ਲੰਘ ਜੇ। ਫੋਕਸ ਦੇ ਵਿੱਚੋਂ ਦੀ ਲੰਘਣ ਵਾਲੀ ਰੇ ਆ ਜਿਹੜੀ, ਉਹ ਆਫਟਰ ਰਿਫਲੈਕਸ਼ਨ ਫਰੋਮ ਦੀ ਮਿਰਰ ਇਟ ਵਿਲ ਗੋ ਪੈਰਲਲ ਟੂ ਦੀ ਪ੍ਰਿੰਸੀਪਲ ਐਕਸਿਸ। ਸੋ ਇਹ ਸਾਡੀ ਇਸ ਤਰੀਕੇ ਦੇ ਨਾਲ ਵਾਪਸ ਆ ਜਾਏਗੀ। ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਤਿੰਨੇ ਰੇਜ਼ ਇੱਕ ਪੁਆਇੰਟ ਤੇ ਮੀਟ ਕੀਤੀਆਂ। ਇਹਦਾ ਮਤਲਬ ਆਪਣੀ ਡਾਇਗਰਾਮ ਸਹੀ ਹੈ। ਇਹਦਾ ਮਤਲਬ ਇਹ ਹੋਊਗਾ ਵੀ ਸਾਡਾ ਜਿਹੜਾ ਇਮੇਜ ਹੈ ਉਹ ਇੱਥੇ ਬਣ ਜਾਊਗਾ। ਸੋ ਦਿਸ ਵਿਲ ਬੀ ਆਵਰ ਫਾਈਨਲ ਇਮੇਜ। ਸੋ ਏ ਪੁਆਇੰਟ ਜਿਹੜਾ ਥੱਲੇ ਸੀਗਾ ਉਹਦੇ ਕੋਰਸਪੋਂਡਿੰਗ ਥੱਲੇ ਵਾਲੇ ਪੁਆਇੰਟ ਨੂੰ ਮੈਂ ਏ ਡੈਸ਼ ਕਹੂੰਗਾ ਐਂਡ ਉੱਪਰ ਵਾਲੇ ਪੁਆਇੰਟ ਨੂੰ ਮੈਂ ਬੀ ਡੈਸ਼ ਕਹੂੰਗਾ। ਤੁਸੀਂ ਇਹਨੂੰ ਜੇ ਮੈਂ ਏ ਬੀ ਲਿਆ ਤੁਸੀਂ ਇਹਨੂੰ ਬੀ ਏ ਵੀ ਲਿਖ ਏ ਬੀ ਏ ਉੱਪਰ ਵੀ ਲਿਖ ਸਕਦੇ ਹੋ, ਥੱਲੇ ਵੀ, ਇਟ ਇਜ਼ ਅਪ ਟੂ ਯੂ। ਇਹਦੇ ਵਿੱਚ ਕੋਈ ਬਿਗ ਡੀਲ ਨਹੀਂ ਹੈ। ਸੋ ਇਸ ਤਰੀਕੇ ਨਾਲ ਇੱਕ ਰੇ ਅਸੀਂ ਹੋਰ ਕੰਸੀਡਰ ਕਰ ਸਕਦੇ ਹਾਂ ਜੇ ਸਾਨੂੰ ਕਨਵੀਨੀਅੰਟ ਲੱਗੇ ਤਾਂ। ਪੋਲ ਦੇ ਉੱਤੋਂ ਜਿਹੜੀ ਆ ਸਾਡੀ ਥਰਡ ਹੋ ਗਈ, ਜਿਹੜੀ ਰੇ ਪੋਲ ਦੇ ਸਟਰਾਈਕ ਕਰਦੀ ਆ। ਸੋ ਇਫ ਐਨੀ ਰੇ ਸਟਰਾਈਕਸ ਐਟ ਦੀ ਪੋਲ, ਹੁਣ ਇੱਥੇ ਸਾਡਾ ਐਂਗਲ ਆਫ ਇੰਸੀਡੈਂਸ ਬਣੇਗਾ ਬਿਕੋਜ਼ ਜਿਹੜਾ ਪ੍ਰਿੰਸੀਪਲ ਐਕਸਿਸ ਹੈ ਇਟ ਇਜ਼ ਆਲਸੋ ਏ ਨੋਰਮਲ ਟੂ ਦੀ ਰਿਫਲੈਕਟਿੰਗ ਸਰਫੇਸ। ਤੋ ਇੱਥੋਂ ਵਾਲੀ ਰੇ ਜਿਵੇਂ ਆਉਂਦੀ ਆ ਉਨਾ ਹੀ ਐਂਗਲ ਬਣਾ ਕੇ ਵਾਪਸ ਜਾਊਗੀ, ਬਟ ਇੱਥੇ ਤੁਹਾਨੂੰ ਫਿਰ ਐਂਗਲ ਮੇਜਰ ਕਰਨਾ ਪਏਗਾ ਵਿਦ ਦੀ ਹੈਲਪ ਆਫ ਏ ਪ੍ਰੋਟੈਕਟਰ ਔਰ ਐਨੀਥਿੰਗ ਐਲਸ। ਸੋ ਹੁਣ ਅਸੀਂ ਕਿਉਂਕਿ ਸਾਡੇ ਕੋਲ ਇਮੇਜ ਆਲਰੇਡੀ ਬਣ ਚੁੱਕਿਆ, ਸੋ ਇਸ ਕਰਕੇ ਅਸੀਂ ਇਹਨੂੰ ਵੀ ਇੱਥੋਂ ਦੀ ਲੰਘਾਵਾਂਗੇ। ਆ ਜਾ ਕਲੀਅਰ। ਸੋ ਇਸ ਤਰੀਕੇ ਨਾਲ ਅਸੀਂ ਚਾਰ ਤਰ੍ਹਾਂ ਦੀਆਂ ਜਨਰਲੀ ਰੇਜ਼ ਅਸਿਊਮ ਕਰਦੇ ਹਾਂ। ਚਾਹੇ ਇਨਫਾਈਨਾਈਟ ਰੇਜ਼ ਆਉਂਦੀਆਂ ਨੇ ਪਰ ਚਾਰ ਰੇਜ਼ ਸਾਡੀਆਂ ਹੈਲਪ ਕਰਦੀਆਂ ਨੇ। ਇਟ ਇਜ਼ ਕਨਵੀਨੀਅੰਟ ਟੂ ਟੇਕ ਦੀਜ਼ ਐਨੀ ਟੂ ਆਫ ਦੀਜ਼। ਇਹਨਾਂ 'ਚੋਂ ਦੋ ਲਓਗੇ ਤਾਂ ਤੁਹਾਡਾ ਇਮੇਜ ਬਣ ਜਾਊਗਾ। ਜੇ ਕਿਤੇ ਦੋ ਨਾਲ ਨਹੀਂ ਗੱਲ ਬਣਦੀ ਤਾਂ ਤੀਜੀ, ਜਿਵੇਂ ਇਸ ਤਰੀਕੇ ਆਪਾਂ ਇੱਥੇ ਮਿਰਰ ਨੂੰ ਥੋੜ੍ਹਾ ਜਿਹਾ ਐਕਸਟੈਂਡ ਕਰਨਾ ਪਿਆ ਆਪਾਂ ਨੂੰ ਸੀ ਵਾਲੀ ਰੇ ਨੂੰ, ਪਰ ਇਹ ਤੁਸੀਂ ਚਾਰੇ ਪੁਆਇੰਟ ਯਾਦ ਰੱਖਿਓ ਅਤੇ ਫਿਰ ਤੁਹਾਡੀ ਜਿਹੜੇ ਡਾਇਗਰਾਮਸ ਆ ਇਟ ਵਿਲ ਬੀ ਵੈਰੀ ਈਜ਼ੀ। ਓਕੇ, ਤਾਂ ਹੁਣ ਆਪਾਂ ਦੇਖੀਏ ਅੱਗੇ ਵੀ ਮਿਰਰ ਇਕੁਏਸ਼ਨ ਅਸੀਂ ਕਿਵੇਂ ਲਿਖਣੀ। ਸੋ ਇਹਨੂੰ ਮੈਂ ਥੋੜ੍ਹੀਆਂ ਜਿਹੜੀਆਂ ਇਹਦੇ ਵਿੱਚੋਂ ਜ਼ਿਆਦਾ ਅਨਵਾਂਟਡ ਰੇਜ਼ ਉਹਨੂੰ ਡਿਲੀਟ ਕਰ ਦੂੰਗਾ। ਮੈਂ ਦੁਬਾਰਾ ਇੱਥੇ ਡਾਇਗਰਾਮ ਬਣਾ ਦਿੰਦਾ ਤਾਂ ਕਿ ਆਪਾਂ ਨੂੰ ਈਜ਼ੀ ਰਹੇ। ਸੋ ਇਹ ਸਾਡਾ ਕਨਕੇਵ ਮਿਰਰ ਕੰਸੀਡਰ ਕਰਾਂਗੇ। ਜਦੋਂ ਵੀ ਅਸੀਂ ਆਰਟੀਕਲ ਪੇਪਰ 'ਚ ਲਿਖਣਾ ਸਟਾਰਟ ਕਰਨਾ ਕੰਸੀਡਰ ਤੋਂ ਸ਼ੁਰੂ ਕਰਨਾ। ਕੰਸੀਡਰ ਏ ਕਨਕੇਵ ਮਿਰਰ, ਇਹਦਾ ਨਾਂ ਰੱਖ ਸਕਦੇ ਹੋ ਤੁਸੀਂ ਐਮ ਕੋਈ ਵੀ। ਤੋ ਕੰਸੀਡਰ ਦੀ ਪ੍ਰਿੰਸੀਪਲ ਐਕਸਿਸ ਪਾਸਿਸ ਥਰੂ ਦੀ ਪੋਲ ਐਂਡ ਵੀ ਵਿਲ ਮੇਕ ਹੇਅਰ ਫੋਕਸ ਐਂਡ ਜਿੰਨਾ ਇਹ ਡਿਸਟੈਂਸ ਆ ਅੰਦਾਜ਼ੇ ਨਾਲ ਮੈਂ ਇੱਥੇ ਬਣਾ ਰਿਹਾ, ਤੁਸੀਂ ਇਹਨੂੰ ਸਕੇਲ ਨਾਲ ਬਣਾ ਸਕਦੇ ਹੋ। ਸੋ ਡਬਲ ਆਫ ਦੈਟ ਇਜ਼ ਸੈਂਟਰ ਆਫ ਕਰਵੇਚਰ। ਇਹ ਆਪਾਂ ਪ੍ਰੂਵ ਕਰ ਚੁੱਕੇ ਹਾਂ ਵੀ ਜਿਹੜਾ ਰੇਡੀਅਸ ਆਫ ਕਰਵੇਚਰ ਆ ਉਹ ਫੋਕਲ ਲੈਂਥ ਤੋਂ ਡਬਲ ਹੁੰਦਾ। ਸੋ ਇੱਥੇ ਮੈਂ ਇਹਦੀ ਹੁਣ ਮਾਰਕਿੰਗ ਕਰ ਦੂੰਗਾ। ਸਾਡੀ ਫੋਕਲ ਲੈਂਥ ਆ, ਧਿਆਨ ਰੱਖਿਓ ਵੀ ਇਹ ਪੋਲ ਤੋਂ ਸਟਾਰਟ ਹੁੰਦੀ ਹੈ, ਪੋਲ ਤੋਂ ਸਟਾਰਟ ਹੋ ਕੇ ਫੋਕਸ ਪੁਆਇੰਟ ਤੱਕ ਐਂਡ ਵੀ ਹੈਵ ਆਵਰ ਆਰ ਅਗੇਨ ਪੋਲ ਤੋਂ ਸਟਾਰਟ ਹੋ ਕੇ ਅਪ ਟੂ ਸੀ। ਸੋ ਇਹ ਅਸੀਂ ਰਿਲੇਸ਼ਨ ਇਹਨਾਂ ਦੋਨਾਂ ਦਾ ਕੱਲ੍ਹ ਕੀਤਾ ਸੀ। ਹੁਣ ਅਸੀਂ ਕੰਸੀਡਰ ਕਰਦੇ ਹਾਂ ਵੀ ਸਾਡੇ ਕੋਲ ਕੋਈ ਆਬਜੈਕਟ ਆ ਜਿਹੜਾ ਉਹ ਸਾਡੇ ਕੋਲ ਇੱਥੇ ਪਿਆ ਜੀ। ਸੋ ਲੈਟ ਇਟ ਬੀ ਏ ਬੀ। ਮੈਂ ਹੁਣ ਏ ਉੱਪਰ ਲੈਣ ਲੱਗਿਆ, ਕੋਈ ਫਰਕ ਨਹੀਂ, ਬੀ ਥੱਲੇ ਲੈ ਲੈਣਾ। ਇਹਨਾਂ ਦੇ ਵਿੱਚੋਂ ਜਿਹੜੀਆਂ ਸੂਟੇਬਲ ਰੇਜ਼ ਆ ਉਹ ਅਸੀਂ ਕੰਸੀਡਰ ਕਰਾਂਗੇ। ਪਹਿਲੀ ਤਾਂ ਸਭ ਤੋਂ ਸੂਟੇਬਲ ਹੁੰਦੀ ਆ ਜਿਹੜੀ ਅਸੀਂ ਪੈਰਲਲ ਟੂ ਪ੍ਰਿੰਸੀਪਲ ਐਕਸਿਸ। ਅਸੀਂ ਇਹ ਪਹਿਲੀ ਰੇ ਅਸਿਊਮ ਕਰਾਂਗੇ। ਸੋ ਆਫਟਰ ਰਿਫਲੈਕਸ਼ਨ ਫਰੋਮ ਦੀ ਮਿਰਰ ਇਟ ਵਿਲ ਪਾਸ ਥਰੂ ਫੋਕਸ। ਦੂਸਰੀ ਰੇ ਅਸੀਂ ਸੀ ਤੋਂ ਵੀ ਲੰਘਾ ਸਕਦੇ ਹਾਂ, ਪਰ ਇੱਥੇ ਸਾਨੂੰ ਥੋੜ੍ਹਾ ਜਿਹਾ ਇਹਦੇ ਵਿੱਚ ਚੇਂਜਿਸ ਕਰਨੀ ਪਊਗੀ। ਇੱਥੇ ਅਸੀਂ ਥੋੜ੍ਹਾ ਜਿਹਾ ਇਹਨੂੰ ਅੱਗੇ ਕਰ ਲਾਂਗੇ ਸਿਰਫ ਅੰਦਾਜ਼ਾ ਲਾਉਣ ਲਈ, ਸਿਰਫ ਅੰਦਾਜ਼ਾ ਲਾਉਣ ਲਈ ਵੀ ਸਾਡਾ ਇਮੇਜ ਕਿੱਥੇ ਕੁ ਬਣਦਾ, ਤਾਂ ਕਿ ਸਾਨੂੰ ਇੱਥੇ ਐਂਗਲ ਨਾ ਮੇਜਰ ਕਰਨਾ ਪਵੇ। ਸੈਕੰਡਲੀ ਅਸੀਂ ਹੁਣ ਇਹਦੀ ਹੈਲਪ ਲਈ ਆ ਜਿਹੜੀ ਸੀ ਦੇ ਵਿੱਚੋਂ ਦੀ ਲੰਘਦੀ ਆ ਤਾਂ ਉਹ ਇੱਥੇ ਹੀ ਵਾਪਸ ਆ ਜਾਣੀ ਆ, ਇਸ ਕਰਕੇ ਸਾਡਾ ਇਮੇਜ ਇੱਥੇ ਬਣੂਗਾ। ਬਟ ਅਸੀਂ ਮਿਰਰ ਇਕੁਏਸ਼ਨ ਵਾਸਤੇ ਇੱਥੋਂ ਰੇ ਲਵਾਂਗੇ ਸੈਕਿੰਡ ਜਿਹੜੀ ਪੋਲ ਤੇ ਸਟਰਾਈਕ ਕਰਦੀ ਆ। ਸੋ ਇਟ ਵਿਲ ਟਰੈਵਰਸ ਇਕੁਅਲ ਐਂਗਲ ਆਫ ਰਿਫਲੈਕਸ਼ਨ। ਸੋ ਇੱਥੋਂ ਦੀ ਲੰਘੇਗੀ। ਲਓ ਜੀ, ਸੋ ਇਹ ਸਾਡੀ ਇਮੇਜ ਦਾ ਪੋਜੀਸ਼ਨ ਬਣ ਗਈ
बी पॉइंट थले लिया सी इसलिए मैं इनू बी डैश कह दिना, ए पॉइंट उपर सी, सो दिस इज माई ए डैश। हुण जिहड़ा आ वाला पॉइंट आ लैट इट बी एम। हुण असीं इहदी कैलकुलेशन करिए टू फॉर्म ए मिरर इक्वेशन। लो जी, ਇਹਦੇ ਵਿੱਚ ਧਿਆਨ ਨਾਲ ਦੇਖੀਏ ਤਾਂ ਅਸੀਂ ਹੁਣ ਰਿਲੇਸ਼ਨ ਕਾਹਦਾ ਫਾਈਂਡ ਕਰਨਾ। ਵੀ ਹੈਵ ਟੂ ਫਾਈਂਡ ਦੀ ਰਿਲੇਸ਼ਨ ਬਿਟਵੀਨ ਯੂ ਵੀ ਐਂਡ ਐਫ। ਵਾਟ ਇਜ਼ ਯੂ? ਯੂ ਇਜ਼ ਦੀ ਪੋਜੀਸ਼ਨ ਆਫ ऑब्जेक्ट। पोजीशन ऑफ ऑब्जेक्ट साडा इत्थे पिया, पोल तो कितना दूर आ ये वो साडा यू आ। सो इसदा मतलब जे मैं इत्थे लिखा यू की आ मेरा, तो इट विल स्टार्ट फ्रॉम पोल एंड अप टू वेयर दी ऑब्जेक्ट इज प्लेसड, वो साडा यू है। जिथे साडा इमेज बनिया, सो इट इज़ दी पोजीशन ऑफ इमेज फ्रॉम पोल। इमेज साडा इत्थे बनिया, सो इसदा मतलब वी साडा हो गया जी आ वाला। एंड थर्ड वन इज़ एफ, सानू पता इट इज़ दी फोकल लेंथ ऑफ द मिरर। सो असी ऑलरेडी इत्थे लिखी हुई है। असी फाइंड करना है रिलेशन बिटवीन यू वी एंड एफ। कोई रट्टा नहीं लाउणा भी कित्थों असी चकना कुछ, सिर्फ असी ये देखना भी किहड़ियां ट्रायंगल्स दे विच यू वी ते एफ आ सकते हैं। सो देखो एफ साडे कोले आह इत्थे तक, ਇਹਦਾ मतलब ये होया भी इत्थों कितों सानू आ पॉइंट साडा सानू मिलना चाहिए। दूसरा यू, यू इत्थों तो लैके इत्थे तक आ, ਇਹਦਾ मतलब एक ट्रायंगल तो साडी सीधी हो गई ए बी पी। यू ते वी किहदे विच आउंदा? वी हैगा साडा पोल तो लैके इत्थे तक, ਇਹਦਾ मतलब एक ट्रायंगल ए बी पी एंड सैकेंडली ए डैश बी डैश पी। So we will consider two triangles. So consider triangles ABP and A dash B dash P। ये तुसी बेटे 10th च कीता होया एक्चुअली, पर मैनू नहीं पता उत्थे तुसी किवें कीता। पर आ चीज़ां दा ध्यान रखोगे, तुहानूं कोई भी रट्टा लाउण दी लोड़ नहीं, चाहे बिना किताब चक्के कर लिओ, एक बारी समझ लो बस भी की चाहिदा। हुण ABP ते A dash B dash P साइडां 3 हुंदियां ट्रायंगल दीयां, पर असीं 2 ਉਹ ਲੈਣੀਆਂ जिन्हां दे विच एक च साडे कोले साडे मतलब दी चीज़ आउंदी होवे यू वी जां एफ। यू वी वाली एक तो सानू बेस लेना पैना दोनों का ही। दूसरी चीज़ किहड़ी लईए? ए बी पी ए डैश बी डैश पी। इत्थे कॉमन तो कोई बनती नहीं, पर सानू जिहड़ी ऑब्जेक्ट की हाइट आ ते इमेज की हाइट आ वो साडे काम आ सकती है। सो इस करके असीं ऑब्जेक्ट की हाइट ते इमेज की हाइट लवांगे। पहली ट्रायंगल चों ए बी डिवाइडेड बाय ਇਹਦਾ बेस कितना जी ਇਹਦਾ बी पी नहीं लिखांगे ਅਸੀਂ ਇਹਨੂੰ पी बी लिख लांगे, क्योंकि ਅਸੀਂ डिस्टेंस पोल तो मेजर करने तो इट विल बी ईजी पी बी। पहली ट्रायंगल का जे ਆਪਾਂ परपेंडिकुलर उपर लिखिया तो दूजी ट्रायंगल का भी परपेंडिकुलर ही उपर लिखना, ये ध्यान रखना। परपेंडिकुलर दूजी ट्रायंगल का कौन आ? ए डैश बी डैश ओवर, जे ਇਹਦਾ बेस लिखिया सी थले तो थले दूजी का भी बेस, सो इट विल बी पी बी डैश। इनू मैं रीअरेंज कर लूँगा। रीअरेंज कर लग्या मैं ए डैश बी डैश उपर रख लेना, ए बी ये थले लै जाना। जे ए बी थले लैके जाऊँगा तो पी बी डैश उपर आ गया, पी बी थले रह गया। सो इट दिस विल मेक माई फर्स्ट इक्वेशन। ए डैश बी डैश ओवर ए बी इज इक्वल टू पी बी डैश ओवर पी बी। हुण ये दो ट्रायंगल्स दे विचों साडे कोल आ कुछ आ गया। दो ट्रायंगल सानू होर चाहीदियां जिहदे विच, क्योंकि साडे कोल इत्थे यू ते वी वालियां चीज़ां आ गईयां, सानू एफ चाहीदी है। एफ देखो कित्थों मिलूगी? ट्रायंगल्स किहड़ियां चाह सकदे आ? ध्यान दईए, जेकर इस मिरर दा अपर्चर छोटा होवे एंड इफ दीज रेज आर पैराएक्सीअल रेज। पैराएक्सीअल रेज मीनस ਜਿਹੜੀਆਂ प्रिंसीपल एक्सिस ਦੇ ਨੇੜੇ ਨੇ। पैरल तो सारियां ही होणगीਆਂ, बट दे आर क्लोज टू प्रिंसीपल एक्सिस एंड स्ट्राइक नीयर पी, नेड़े ने। जे आ नेड़े होणगीਆਂ ਤਾਂ एम पी आ ਜਿਹੜਾ एम पी इज़ नीयरली इक्वल टू, इत्थे मैं परपेंडिकुलर ड्रा कर लेना एम एल। तो मेरे को हुण दो ट्रायंगल्स किहड़ियां बन गईयां? एक तो बी डैश ए डैश बी डैश एफ तो दूजी एम एल एफ। सो इन सैकेंड केस
we will consider triangles A dash B dash F and MLF। देखो हुण पहली ट्रायंगल दा परपेंडिकुलर बटे दूजी ट्रायंगल दा ਜਾਂ पहली ट्रायंगल दा परपेंडिकुलर बटे पहली दा बेस। देखो जी A dash B dash डिवाइडेड बाय ਇਹਦਾ बेस कितना आ गया B dash F सॉरी। ट्रायंगल्स A dash B dash F ਕਿਹੜੀ ट्रायंगल है साडी A dash B dash F ਇੰਨੀ ਵੀ, ਤੇ दूसरी ट्रायंगल MLF ਦੇ ਵਿੱਚੋਂ ਪਰਪੈਂਡੀਕੂਲਰ ਕੌਣ ਆ ML ਤੇ ਬੇਸ ਕੌਣ ਆ ਜੀ LF। ਹੁਣ ਅਸੀਂ ਇਹ ਕਿਉਂ ਰੱਖ ਲਏ ਬਰਾਬਰ, ਕਿਉਂ ਇਹਨਾਂ ਦੀ ਸਾਈਡਾਂ ਦੀ ਪ੍ਰਪੋਰਸ਼ਨ ਕਿਉਂ ਬਰਾਬਰ ਰੱਖੀ ਆ, ਬਿਕੋਜ਼ ਥੀਸ ਆਰ ਸਿਮਿਲਰ ਟ੍ਰਾਇੰਗਲਸ। ਕਿਉਂ ਸਿਮਿਲਰ ਨੇ, ਪਹਿਲੀਆਂ ਦੇਖਿਓ ABP ਸੀਗੀ ਜਿਹੜੀ ABP ਦੇ ਵਿੱਚ ਇੱਥੇ 90 ਡਿਗਰੀ ਦਾ ਐਂਗਲ ਆ ਗਿਆ, ਇਹਦਾ ਵੀ 90 ਡਿਗਰੀ ਐਂਗਲ ਆ ਗਿਆ, ਠੀਕ ਆ ਜੀ। दूसरा आह वाली सेम रे वापस मुड़ के आई सी, एंगल ऑफ इंसीडेंस विल बी इक्वल टू एंगल ऑफ रिफ्लैक्शन। सो दो एंगल बराबर हो गए, देयरफॉर ट्रायंगल्स आर सिमिलर। सिमिलरली ਜਿਹੜੀਆਂ ਦੂਜੀਆਂ ਚੂਜ਼ ਕੀਤੀਆਂ ਨੇ ਆਹ ਵਾਲੇ ਐਂਗਲ ਦੋ ਅਲਟਰਨੇਟ ਅਪੋਜ਼ਿਟ ਐਂਗਲਸ ਨੇ ਐਂਡ ਸੈਕੰਡ ਵਨ ਇਜ਼ 90 ਡਿਗਰੀ ਐਂਗਲ। ਸੋ ਥੀਸ ਆਰ ਆਲਸੋ ਸਿਮਿਲਰ ਟ੍ਰਾਇੰਗਲਸ। ਇਹਦਾ ਮਤਲਬ ਜਿਹੜੀਆਂ ਸਿਮਿਲਰ ਹੁੰਦੀਆਂ ਉਹਨਾਂ ਦੀ ਸਾਈਡਸ ਦੀ ਰੇਸ਼ੋ ਆ ਜਿਹੜੀ ਉਹ ਪ੍ਰਪੋਰਸ਼ਨਲ ਬਰਾਬਰ ਹੁੰਦੀ ਹੈ। ਸੋ ਇਸ ਕਰਕੇ ਆਪਾਂ ਇਹਨਾਂ ਨੂੰ ਬਰਾਬਰ ਰੱਖਿਆ। ਸੋ ਧਿਆਨ ਰੱਖਿਓ। ਸੋ ਇੱਥੇ ਹੁਣ ਆਪਾਂ ਇੱਥੇ ਤਾਂ ਸਾਨੂੰ A ਡੈਸ਼ B ਡੈਸ਼ ਬਟੇ A ਵੀ ਮਿਲ ਗਿਆ ਸੀ। ਧਿਆਨ ਨਾਲ ਦੇਖੋ ਵੀ ਜਿਹੜਾ ML ਆ ਇਹ ਸਾਡੀ ਚੀਜ਼ ਹੈ AB ਦੇ ਬਰਾਬਰ ਹੀ ਆ, ਬਿਕੋਜ਼ ਦਿਸ ਇਜ਼ ਦੀ ਪੈਰਲਲ ਲਾਈਨ, ਪ੍ਰਿੰਸੀਪਲ ਐਕਸ ਤੋਂ ਪੈਰਲਲ ਸੀ। ਇਹਦਾ ਮਤਲਬ AB ਤੇ ML ਕੀ ਹੋ ਗਏ ਸਾਡੇ ਬਰਾਬਰ ਹੋ ਗਏ। ਮੈਂ ML ਦੀ ਜਗ੍ਹਾ ਦੇ ਉੱਤੇ ਕੀ ਲਿਖ ਸਕਦਾ AB। ਅਗੇਨ ਇਹਨੂੰ ਰੀਅਰੇਂਜ ਕਰ ਲਾਂ, A ਡੈਸ਼ B ਡੈਸ਼ ਇੱਧਰ ਹੀ ਪਿਆ, AB ਨੂੰ ਮੈਂ ਤਾਂ ਥੱਲੇ ਲੈ ਆਊਂਗਾ, ਫਿਰ ਆਪਣੇ ਆ ਦੋਨਾਂ ਇਕੁਏਸ਼ਨ ਦੀਆਂ ਲੈਫਟ ਹੈਂਡ ਸਾਈਡ ਬਰਾਬਰ ਹੋ ਜਾਣਗੀਆਂ। ਸੋ A ਡੈਸ਼ B ਡੈਸ਼ ਅਪੋਨ AB ਇਕੁਅਲ ਟੂ ਆ B ਡੈਸ਼ F ਇੱਧਰ ਚਲਾ ਜਾਊਗਾ ਓਵਰ LF। ਸੋ ਇਟ ਦਿਸ ਫਾਰਮਸ ਮਾਈ ਇਕੁਏਸ਼ਨ ਨੰਬਰ 2। ਹੁਣ ਜੇ ਤੁਸੀਂ 1 ਤੇ 2 ਨੂੰ ਦੇਖੋ, ਇਹਨਾਂ ਦੀ ਲੈਫਟ ਹੈਂਡ ਸਾਈਡ ਬਰਾਬਰ ਨੇ ਤੇ ਰਾਈਟ ਹੈਂਡ ਸਾਈਡ ਵੀ ਕੀ ਹੋਣਗੀਆਂ ਬਰਾਬਰ ਹੋਣਗੀਆਂ। ਸੋ ਜੇ ਬਰਾਬਰ ਨੇ ਰਾਈਟ ਹੈਂਡ ਸਾਈਡ ਤਾਂ ਪਹਿਲੀ ਇਕੁਏਸ਼ਨ ਤੋਂ ਮੇਰੇ ਕੋਲੇ ਆ ਗਿਆ PB ਡੈਸ਼ ਅਪੋਨ PB ਐਂਡ ਸੈਕੰਡ ਇਕੁਏਸ਼ਨ ਤੋਂ ਆ ਗਿਆ ਮੇਰੇ ਕੋਲੇ B ਡੈਸ਼ F ਅਪੋਨ LF। ਇੱਥੋਂ ਹੁਣ ਅਸੀਂ ਦੇਖੀਏ PB ਡੈਸ਼ ਕੀ ਆ ਸਾਡਾ। PB ਡੈਸ਼ ਇਜ਼ ਦੀ ਡਿਸਟੈਂਸ ਆਫ ਦੀ ਆਬਜੈਕਟ ਫਰੋਮ ਪੋਲ। PB ਡੈਸ਼ हाँ PB डैश साडा इमेज का, ਇਹਦਾ मतलब ਇਹ ਕੀ ਬਣਿਆ ਸਾਡਾ V। क्लीयर। ਹੁਣ ਮੈਨੂੰ ਦੱਸੋ ਵੀ ਇਹ ਸਾਈਨ ਕਨਵੈਂਸ਼ਨ ਲਾ ਕੇ ਇੱਥੇ ਮੈਂ ਕੀ ਲਿਖਾਂ PB ਡੈਸ਼ ਦੀ ਜਗ੍ਹਾ ਤੇ ਕੀ ਲਿਖਾਂ -V, ਬਿਕੋਜ਼ ਵੀ ਹੈਵ ਟੂ ਮੈਜਰ ਦੀ ਡਿਸਟੈਂਸਿਸ ਫਰੋਮ ਪੋਲ ਐਂਡ ਦਿਸ ਡਿਸਟੈਂਸ ਇਜ਼ ਅਪੋਜ਼ਿਟ ਟੂ ਇੰਸੀਡੈਂਟ ਰੇ। PB ਡਿਵਾਈਡਡ ਬਾਈ PB ਦੱਸੋ ਹੁਣ ਕਿੰਨਾ ਆਊਗਾ PB ਮਾਈਨਸ U। सो -V अपॉन -U इक्वल टू B डैश F। B डैश F ये की करिए भी B डैश F तो आपको पता नहीं कि मैं इदा लिख सकदा PB डैश माइनस PF मेरे को आ जाऊगा, क्योंकि मैनू PB डैश पता PB डैश मैनू पता V है -V, ठीक है। तो माइनस मैं करदा PF वो भी मैनू पता, इस करके मेरा आ रह जाऊगा। सो ये मेरे को आ गया जी, इनू मैं लिखन लग्या PB डैश माइनस PF डिवाइडेड बाय LF। LF कित्थे आ हुण LF की आ साडा F। ये आपां कल डिस्कस कीता सी भी L ते P एक दूसरे दे जस्ट ओवरलैप करते हैं बिकॉज अपर्चर इज स्मॉल एंड वी हैव कंसिडर्ड दैट दिस रे इज ए पैराक्सीअल रे। बिल्कुल P के नेड़े ही आ, तो जस्ट लाइक ए स्ट्रेट लाइन ही होएगी। सो LF इज अवर -F। माइनस तो आया क्योंकि इट इज़ ऑल्सो अपोजिट टू इंसीडेंट रे। हुण PB की वैल्यू PB डैश की वैल्यू पुट करिए तो PBF की पुट करिए। इत्थों साडा नैगेटिव साइन कैंसल हो गया। सो मैं इनू रेज कर दिना V अपॉन U इज इक्वल टू PB डैश कितना जी -V एंड वट अबाउट PF -F। सो आ वाली माइनस पहला वाली सी,
ਮਾਈਨਸ ਐਫ ਆ ਗਿਆ, ਥੱਲੇ ਅਗੇਨ ਮਾਈਨਸ ਐਫ। ਹੁਣ ਇਹਨੂੰ ਰੀਅਰੇਂਜ ਕਰਨ ਲੱਗੇ ਆ, ਪਹਿਲਾਂ ਤਾਂ ਇਹਨੂੰ ਸੋਲਵ ਕਰ ਲਈਏ ਥੋੜ੍ਹਾ ਜਿਹਾ। ਸੋ ਇਟ ਇੰਪਲਾਈਜ਼ v upon u is equal to -v plus f divided by f। ਆ f ਨੂੰ ਮੈਂ ਕੱਲੇ ਕੱਲੇ ਥੱਲੇ ਲਿਖਣ ਲੱਗਿਆ, v upon u is equal to -v upon f plus f upon f ਕੀ ਆ ਜਾਊਗਾ 1। ਠੀਕ ਹੈ ਜੀ। ਹੁਣ ਕੀ ਕਰੀਏ, ਇਹਨੂੰ ਮੈਂ v ਤੇ ਡਿਵਾਈਡ ਕਰਦਾ ਕਿਉਂਕਿ ਮੇਰੇ ਕੋਲ ਇੱਥੇ ਵੀ v ਪਿਆ ਇੱਥੇ ਵੀ v ਪਿਆ। ਸਾਰੀ ਇਕੁਏਸ਼ਨ ਨੂੰ ਦੋਨੇ ਪਾਸੇ ਡਿਵਾਈਡਿੰਗ ਬੋਥ ਸਾਈਡਸ ਬਾਏ v। ਇਹਨੂੰ ਮੈਂ v ਨਾਲ ਡਿਵਾਈਡ ਕਰੂੰਗਾ ਤਾਂ ਇੱਥੇ ਮੇਰੇ ਕੋਲ ਬਚ ਗਿਆ 1/u। ਇਹਨੂੰ ਮੈਂ v ਨਾਲ ਡਿਵਾਈਡ ਕਰੂੰਗਾ 1/f ਨਾ, ਤੇ 1/u plus 1/v। ਸੋ ਦਿਸ ਬਿਕਮਸ ਆਵਰ ਮਿਰਰ ਇਕੁਏਸ਼ਨ। ਹੁਣ ਪੁੱਛ ਕੀ ਪੁੱਛਦਾ ਹੈ ਜਦੋਂ ਕੰਸੀਡਰਿੰਗ ਟ੍ਰਾਇੰਗਲਸ a dash b dash f ਇਸ ਤੋਂ ਜਦੋਂ ਆਪਾਂ ml ਨੂੰ ਕੀਤਾ ਨਾ, ਹਾਂ ਇੱਥੋਂ ਵਾਲਾ ਦੱਸ ਦੇ ਦੁਆਰੇ ਵੀ ਜਦੋਂ ਤੁਸੀਂ ਆ ਪੁੱਟ ਕੀਤੀਆਂ ਵੈਲਿਊ, ਜਦੋਂ 2 ਨੰਬਰ ਇਕੁਏਸ਼ਨ ਬਣਾਈ ਆ, ਹਾਂ ਵੀ ਕਿਵੇਂ ਬਣਾਈ ਆ ਤਾਂ ਮੇਰੀ ਯਾਦ ਆ ਜਾਵੇ ਵੀ ਕਿਵੇਂ ਬਣੀ ਆ। ਅਸੀਂ ਪਹਿਲਾਂ ਤਾਂ ਟ੍ਰਾਇੰਗਲਸ ਕੰਸੀਡਰ ਕਰ ਲਈਆਂ, ਉਹ ਪਤਾ ਲੱਗ ਗਿਆ ਕਿਉਂ ਕਰ ਲਈਆਂ, ਕਿਉਂਕਿ ਸਾਨੂੰ f ਚਾਹੀਦਾ। ਸੋ f ਸਾਨੂੰ ਕਿੱਥੇ ਮਿਲ ਰਿਹਾ, MLF ਦੇ ਵਿੱਚ ਮਿਲ ਰਿਹਾ ਸਾਡੀ ਫੋਕਲ ਲੈਂਥ। ਸੋ ਇਸ ਕਰਕੇ ਜੇ ਅਸੀਂ ਆਹ ਕੰਸੀਡਰ ਕਰਦੇ ਹਾਂ ਤਾਂ ਇਹਦੇ ਸਿਮਿਲਰ ਆਹੀ ਬਣਦੀ ਆ, ਨਾਲੇ ਇਹਦੇ ਵਿੱਚ ਸਾਡਾ ਥੋੜ੍ਹਾ ਜਿਹਾ ਫਾਈਨਲ ਇਮੇਜ ਆਉਂਦਾ ਜਿਹੜਾ ਸਾਡਾ ਇਹਦੇ ਨਾਲ ਕਾਮਨ ਬਣ ਸਕਦਾ ਉੱਪਰਲੀ ਇਕੁਏਸ਼ਨ ਨਾਲ। ਹੁਣ ਜਿਹੜੀਆਂ ਦੋ ਟ੍ਰਾਇੰਗਲ ਸਿਮਿਲਰ ਨੇ ਉਹਨਾਂ ਦੀ ਅਸੀਂ ਸਾਈਡਾਂ ਦੀ ਰੇਸ਼ੋ ਲੈਣੀ ਆ। ਜੇ ਪਹਿਲੀ ਟ੍ਰਾਇੰਗਲ ਦਾ ਪਰਪੈਂਡੀਕੂਲਰ ਲਿਆ ਉੱਪਰ ਤੇ ਬਟੇ ਬੇਸ ਲਿਆ, ਤੇ ਦੂਜੀ ਦਾ ਵੀ ਪਹਿਲਾਂ ਪਰਪੈਂਡੀਕੂਲਰ ਬਟੇ ਬੇਸ। ਠੀਕ ਹੈ ਜੀ। ਸੋ ਹੁਣ ਪਹਿਲੀ ਟ੍ਰਾਇੰਗਲ ਆ ਸਾਡੀ a dash b dash f, ਆਹ ਵਾਲੀ, ਇਹਦਾ ਪਰਪੈਂਡੀਕੂਲਰ ਆ ਸਾਡਾ b dash a dash ਜਾਂ a dash b dash, ਤੇ ਬੇਸ ਇਹਦਾ ਹੈਗਾ b dash f। ਠੀਕ ਹੈ ਜੀ। ਪਰਪੈਂਡੀਕੂਲਰ ਬੇਸ ਆਫ ਫਸਟ ਟ੍ਰਾਇੰਗਲ, ਪਰਪੈਂਡੀਕੂਲਰ ਬੇਸ ਓਵਰ ਸੈਕਿੰਡ ਟ੍ਰਾਇੰਗਲ ਆਫ। ਤੋ a b ml ਲਿਖਿਆ ਸੀ ਆਪਾਂ ਪਹਿਲਾਂ, ਉਦੋਂ ਬਾਅਦ ਰੇਜ਼ ਕਰਕੇ a b ਲਿਖਿਆ। ਸੋ ਪਹਿਲਾਂ ਇੱਥੇ ਸਾਡਾ ml ਆਊਗਾ, ਬਟੇ ਕੀ ਆਊਗਾ pf ਜਾਂ lf, ਕਿਉਂਕਿ l ਤੇ p ਕੋਇਨਸਾਈਡ ਕਰਦੇ ਆ ਬਿਕੋਜ਼ ਦੇ ਆਰ ਵੈਰੀ ਕਲੋਜ਼ ਟੂ ਈਚ ਅਦਰ। ਸੋ ਇਸ ਕਰਕੇ ਆ ਕਲੀਅਰ ਹੋ ਗਿਆ ਗੱਲ। ਹਾਂਜੀ, ਹੋਰ ਕੁਛ ਸਮਝ ਲੱਗ ਗਈ। ਹੁਣ ਇਦੋਂ ਬਾਅਦ ਇਹਦੇ ਨਾਲ ਹੀ ਸਾਡਾ ਸੈਕਿੰਡ ਇਹਦਾ ਜਿਹੜਾ ਮੋਸਟ ਇੰਪੋਰਟੈਂਟ ਟੌਪਿਕ ਆ, ਇਹ ਤਾਂ ਅਸੀਂ ਫਾਰਮੂਲਾ ਡਿਫਾਈਨ ਕਰ ਲਿਆ ਵੀ ਫੋਕਲ ਲੈਂਥ ਕਿਹਦੇ ਬਰਾਬਰ ਹੋਊਗੀ। ਫੋਕਲ ਲੈਂਥ ਦਾ ਰਿਲੇਸ਼ਨ ਵਿਦ u ਐਂਡ v, ਇਹ ਪ੍ਰੈਕਟੀਕਲ ਵੀ ਆਪਾਂ ਕਰਨੇ ਆ ਉੱਥੇ ਫੋਕਲ ਲੈਂਥ ਕੱਢਣ ਲਈ ਯੂਜ਼ ਹੋਣਾ ਫਾਰਮੂਲਾ। ਸੋ ਤੁਸੀਂ ਇਹ ਧਿਆਨ ਰੱਖਣਾ ਵੀ ਜੇ ਮਿਰਰ ਫਾਰਮੂਲਾ ਮਿਰਰ ਇਕੁਏਸ਼ਨ ਹੈ ਦੈਨ all here are positive signs। 1/f is equal to 1/u plus 1/v। ਕਲੀਅਰ। ਹੁਣ ਜੇਕਰ ਇਹਦੀ ਜਗ੍ਹਾ ਦੇ ਉੱਤੇ ਸਾਡੇ ਕੋਲ ਕਨਵੈਕਸ ਮਿਰਰ ਹੋਵੇ ਫਿਰ ਉਹ ਕਿਵੇਂ ਬਣੂਗਾ, ਮੈਂ ਤੁਹਾਨੂੰ ਡਾਇਗਰਾਮ ਬਣਾ ਕੇ ਦਿਖਾ ਦਿੰਦਾ। ਪੁਆਇੰਟਸ ਉਹੀ ਆਉਣਗੇ, ਟ੍ਰਾਇੰਗਲਸ ਤੁਸੀਂ ਸੇਮ ਲਓਗੇ, ਸੋ ਐਵਰੀਥਿੰਗ ਵਿਲ ਬੀ ਦੀ ਸੇਮ। ਸੋ ਵੀ ਵਿਲ ਕੰਸੀਡਰ ਹੇਅਰ ਏ ਕਨਵੈਕਸ ਮਿਰਰ। ਦੇਖੋ ਕੀ ਬਣਦਾ, ਇਕੁਏਸ਼ਨਸ ਸਾਡੀਆਂ ਕਿਵੇਂ ਆਉਣਗੀਆਂ। ਸੋ ਇੱਥੇ ਮੈਂ ਕੰਸੀਡਰ ਕਰ ਲੈਣਾ ਇੱਕ ਕਨਵੈਕਸ ਮਿਰਰ which is polished from inside, principal axis। ਹਾਂਜੀ, ਹੁਣ ਧਿਆਨ ਇਹ ਰੱਖਣਾ ਵੀ ਅਸੀਂ ਪਹਿਲਾਂ ਫੋਕਸ ਬਣਾਉਣਾ ਹੈ ਐਂਡ ਆ ਸਾਡਾ ਪੋਲ ਹੋ ਗਿਆ, ਫੋਕਸ ਹੋ ਗਿਆ, ਜਿੰਨਾ ਡਿਸਟੈਂਸ ਇੱਧਰ ਉਨਾ ਹੀ ਇੱਥੇ ਤੱਕ ਸਾਡਾ C ਆ ਗਿਆ। ਆਬਜੈਕਟ ਹੁਣ ਕਿੱਥੇ ਰੱਖਾਂਗੇ, ਚਮਕਦਾਰ ਸਰਫੇਸ ਦੇ ਸਾਹਮਣੇ ਰੱਖਣਾ। ਜਿਹੜੀ ਸ਼ਾਈਨਿੰਗ ਸਰਫੇਸ ਆ ਉਹ ਇੱਧਰਲੀ ਆ, ਇਸ ਕਰਕੇ ਉਹਨੂੰ ਇੱਧਰ ਹੀ ਰੱਖਣਾ ਪੈਣਾ। ਸੋ ਇੱਥੇ ਅਸੀਂ ਰੱਖ ਲਿਆ ਜੀ ਆਬਜੈਕਟ AB। ਉਹੀ ਰੇਜ਼ ਕੰਸੀਡਰ ਕਰਨੀ ਆ ਪੈਰਲਲ ਟੂ ਪ੍ਰਿੰਸੀਪਲ ਐਕਸਿਸ। ਰੇ ਗਈ, ਇਹਨੇ ਆਫਟਰ ਰਿਫਲੈਕਸ਼ਨ ਕਿੱਥੋਂ ਅਪੀਅਰ ਹੋਣਾ ਆਉਂਦੀ ਨੇ, ਫੋਕਸ ਤੋਂ। ਸੋ ਅਸੀਂ ਫੋਕਸ ਤੋਂ ਰੱਖ ਕੇ ਇੱਧਰ ਨੂੰ ਬਣਾਉਣੀ ਸ਼ੁਰੂ ਕਰਾਂਗੇ ਤੇ ਇੱਥੋਂ ਅਸੀਂ ਇੱਧਰ ਨੂੰ ਖਿੱਚ ਦਾਂਗੇ ਸੋਲਿਡ ਲਾਈਨ। ਸੋਲਿਡ ਲਾਈਨ ਮੀਨਸ ਰੀਅਲ ਰੇ। ਆਹ ਸਾਡੀ ਕੀ ਹੋ ਗਈ, ਵਰਚੁਅਲ ਰੇ। ਦੂਸਰੀ ਰੇ ਅਸੀਂ ਕਿੱਥੋਂ ਇਹਦੇ ਨਾਲ ਕੰਸੀਡਰ ਕਰਨੀ ਆ, ਜਿਹੜੀ ਸਾਡੀ C ਤੇ ਜਾਂਦੀ ਆ। ਲਓ ਜੀ, ਇਹ ਤੁਸੀਂ ਸਕੇਲ ਦੇ ਨਾਲ ਪਹਿਲਾਂ ਅੰਦਾਜ਼ਾ ਲਾ ਲੈਣਾ ਵੀ ਸਾਡੀ ਰੇ ਕਿੱਧਰ ਨੂੰ ਜਾਂਦੀ ਆ, ਤੇ ਉਹਦੇ ਨਾਲ ਨਾਲ ਫਿਰ ਤੁਸੀਂ ਇਹ ਬਣਾ ਦੇਣੀ ਆ।
ਸੋ ਇੱਥੋਂ ਗਈ, ਉਦੋਂ ਬਾਅਦ ਅਸੀਂ ਇਹਨੂੰ ਡਾਟ ਡੈਸ਼ ਲਾਈਨ ਬਣਾ ਦਾਂਗੇ। ਸੋ ਜਿਵੇਂ ਗਈ ਇਹ ਉਵੇਂ ਹੀ ਇਟ ਵਿਲ ਰੀਟਰੇਸ ਇਟਸ ਪਾਥ। ਕਲੀਅਰ? ਰੀਟਰੇਸ ਕਰਕੇ ਪਿੱਛੇ ਲੰਘ ਜੂਗੀ ਇਹ ਇੱਧਰਲੇ ਪਾਸੇ, ਵਾਪਸ ਚਲੀ ਜਾਊ। ਹੁਣ ਕਿੱਥੇ ਇੰਟਰਸੈਕਟ ਕਰ ਗਈਆਂ? ਆਹ ਪੁਆਇੰਟ 'ਤੇ। ਸੋ ਇਹਨੂੰ ਮੈਂ ਸੋਲਿਡ ਲਾਈਨ ਨਹੀਂ ਬਣਾਉਂਦਾ। ਸੋ ਦਿਸ ਇਜ਼ ਮਾਈ ਇਮੇਜ। ਸੋ ਦਿਸ ਇਜ਼ ਮਾਈ A ਡੈਸ਼, ਦਿਸ ਇਜ਼ B ਡੈਸ਼। ਹੁਣ ਦੇਖੋ, ਧਿਆਨ ਰੱਖੋ, ਇੱਥੇ ਸਾਡਾ ਨੇਚਰ ਆਫ ਇਮੇਜ ਕੀ ਬਣਿਆ ਸੀ? ਰੀਅਲ ਬਣਿਆ ਸੀ, ਇਨਵਰਟਡ ਬਣਿਆ ਸੀ, ਡਿਮਿਨਿਸ਼ਡ ਇਨ ਸਾਈਜ਼, ਛੋਟਾ ਬਣਿਆ ਸੀ। ਠੀਕ ਹੈ। ਇੱਥੇ ਹੁਣ ਕੀ ਬਣਿਆ? ਇਟ ਇਜ਼ ਇਰੈਕਟ, ਵਰਚੁਅਲ, ਬਟ ਡਿਮਿਨਿਸ਼ਡ ਇਨ ਸਾਈਜ਼। ਇਹ ਵੀ ਡਿਮਿਨਿਸ਼ਡ ਬਣਿਆ। ਠੀਕ ਹੈ। ਤੇ ਹੁਣ ਤੁਸੀਂ ਇੱਥੋਂ ਅਗੇਨ ਆਪਾਂ ਪੁਆਇੰਟ P ਕੰਸੀਡਰ, ਇੱਥੇ M ਕੰਸੀਡਰ ਕੀਤਾ ਸੀ। ਸੋ ਇਟ ਇਜ਼ ਆਲਸੋ M। ਤੇ ਇੱਥੇ ਅਸੀਂ ਨੀਚੇ ਅਸੀਂ ਜਿਹੜਾ ਪਰਪੈਂਡੀਕੂਲਰ ਆ ਉਹਨੂੰ ਅਸੀਂ L ਕੰਸੀਡਰ ਕਰ ਲਾਂਗੇ। ਸੋ ਪਹਿਲੀ ਟ੍ਰਾਇੰਗਲ ਲਈ ਸੀ ABP। ਸੋ ਇੱਥੇ ਵੀ ABP ਕਿੱਥੇ ਆ? ਉਹ ਤਾਂ ਅਸੀਂ ਬਣਾਇਆ ਨਹੀਂ। ਸੋ P ਵੀ ਬਣਾ ਲਓ। ਸੋ ਇੱਕ ਰੇ ਇੱਧਰ ਨੂੰ ਗਈ, ਜਿੱਧਰ ਨੂੰ ਜਾਊਗੀ ਇੱਥੋਂ ਉੱਧਰ ਨੂੰ ਹੀ ਇਹ ਵਾਪਸ ਮੁੜ ਆਊਗੀ। ਸੋ ਦਿਸ ਫਾਰਮਸ ਆਵਰ ਥਰਡ ਰੇ। ABP ਟ੍ਰਾਇੰਗਲ ਹੋ ਗਈ। ਦੂਸਰੀ A ਡੈਸ਼ B ਡੈਸ਼ P ਕਿਹੜੀ ਬਣੂਗੀ? A ਡੈਸ਼ B ਡੈਸ਼ P। ਸੋ ਆਹ ਵਾਲੀ ਟ੍ਰਾਇੰਗਲ। ਸੋ ਇਹ ਦੋ ਟ੍ਰਾਇੰਗਲਸ ਬਣਨਗੀਆਂ। U ਸਾਡਾ ਇੱਧਰਲੇ ਪਾਸੇ ਬਣੂਗਾ, V ਸਾਡਾ ਇੱਧਰਲੇ ਪਾਸੇ ਬਣੂਗਾ, ਇੱਥੋਂ ਸਟਾਰਟ ਹੋ ਕੇ। ਸੋ ਪਹਿਲੀ ਟ੍ਰਾਇੰਗਲ ਸੀਗੀ ਆਪਣੀ ABP ਤੇ A ਡੈਸ਼ B ਡੈਸ਼ P। ਸੋ ABP ਇਹ ਚਾਹ ਲਾਉਂਗੇ ਐਂਡ ਸੈਕੰਡਲੀ A ਡੈਸ਼ B ਡੈਸ਼ P ਲਾਉਂਗੇ। ਦੂਸਰੀ ਟ੍ਰਾਇੰਗਲ A ਡੈਸ਼ B ਡੈਸ਼ F, A ਡੈਸ਼ B ਡੈਸ਼ F ਐਂਡ MLF। ਕਲੀਅਰ? ਸੋ ਆਹ ਵਾਲੀ ਐਂਡ ਆਹ ਵਾਲੀ ਛੋਟੀ। ਠੀਕ ਆ। ਇਹਨਾਂ 'ਚ ਆਹ ਵਾਲਾ ਐਂਗਲ ਕਾਮਨ ਆ ਜਾਊਗਾ, ਇੱਥੇ 90 ਡਿਗਰੀ ਆ ਜਾਊਗਾ। ਉਹ ਸੇਮ ਉਹੀ ਚੀਜ਼ਾਂ ਦੇ ਨਾਲ ਤੁਸੀਂ ਇਹ ਫਾਰਮੂਲਾ ਇਹਦੇ ਵਾਸਤੇ ਵੀ ਸੇਮ ਆਊਗਾ, ਤੋਂ ਡਰਾਈਵ ਕਰਕੇ ਦੇਖ ਸਕਦੇ ਹੋ। ਹੁਣ ਅਸੀਂ ਕੇਸ ਕੰਸੀਡਰ ਕਰੀਏ ਵੀ ਜਿਹੜਾ ਆਪਾਂ ਆਹ ਵਾਲਾ ਫਾਰਮੂਲਾ ਕੀਤਾ, ਇਹਦੇ ਵਿੱਚ ਰੀਅਲ ਇਮੇਜ ਬਣਿਆ। ਕੀ ਕਨਕੇਵ ਮਿਰਰ ਦੇ ਸਾਰੇ ਕੇਸਾਂ ਦੇ ਵਿੱਚ ਰੀਅਲ ਹੀ ਬਣਦਾ? ਜਿਉਂ-ਜਿਉਂ ਅਸੀਂ ਆਬਜੈਕਟ ਨੂੰ ਨੇੜੇ ਲੈ ਕੇ ਜਾਵਾਂਗੇ ਤਾਂ ਇਮੇਜ ਸਾਡਾ ਥੋੜ੍ਹਾ ਥੋੜ੍ਹਾ ਦੂਰ ਆਉਣਾ ਸਟਾਰਟ ਹੋਈ ਜਾਊਗਾ ਐਂਡ ਇਹਦਾ ਸਾਈਜ਼ ਵੀ ਥੋੜ੍ਹਾ ਜਿਹਾ ਵੱਡਾ ਹੋਣਾ ਸ਼ੁਰੂ ਹੋਈ ਜਾਊਗਾ। ਬਟ ਐਜ਼ ਸੂਨ ਐਜ਼ ਵੀ ਕ੍ਰੋਸ ਫੋਕਸ, ਜਦੋਂ ਫੋਕਸ ਨੂੰ ਕ੍ਰੋਸ ਕਰਦੇ ਆ ਫਿਰ ਕੀ ਹੁੰਦਾ? ਇੱਥੇ ਅਸੀਂ ਆਬਜੈਕਟ ਨੂੰ ਰੱਖਿਆ ਸੀ ਬਿਯੋਂਡ ਸੀ। ਹੁਣ ਜੇ ਅਸੀਂ ਜਲਦੀ ਜਲਦੀ ਬਣਾ ਕੇ ਤੁਹਾਨੂੰ ਦਿਖਾ ਦਿੰਦਾ, ਇੱਥੇ ਮੰਨ ਲਓ F ਆ ਸਾਡਾ, ਇੱਥੇ ਸਾਡਾ C ਆ ਗਿਆ। ਸਪੋਜ਼ ਕਰ ਲਓ ਅਸੀਂ ਇੱਥੇ ਰੱਖ ਲਿਆ ਆਬਜੈਕਟ। ਪਹਿਲੀ ਰੇ ਪੈਰਲਲ ਟੂ ਪ੍ਰਿੰਸੀਪਲ ਐਕਸਿਸ ਇਟ ਵਿਲ ਪਾਸ ਥਰੂ ਫੋਕਸ। ਦੂਸਰੀ ਫੋਕਸ ਦੇ ਵਿੱਚ ਦੀ ਲੰਘਾ ਦਈਏ, ਕਿੱਥੋਂ ਦੀ ਲੰਘੂਗੀ? ਵਾਪਸ ਪੈਰਲਲ ਟੂ ਪ੍ਰਿੰਸੀਪਲ ਐਕਸਿਸ। ਲਓ ਜੀ, ਇਮੇਜ ਵੱਡਾ ਹੋ ਗਿਆ, ਲਾਰਜਡ ਇਨ ਸਾਈਜ਼। ਬਾਕੀ ਪ੍ਰੋਪਰਟੀਜ਼ ਉਵੇਂ ਹੀ ਆ। ਹੁਣ ਜੇ ਆਬਜੈਕਟ ਨੂੰ ਫੋਕਸ ਤੋਂ ਅੱਗੇ ਲੈ ਜਾਈਏ, ਫੋਕਸ C ਆ, ਧਿਆਨ ਰੱਖਣਾ ਬਰਾਬਰ ਹੋਣੇ ਚਾਹੀਦੇ ਆ। ਫੋਕਸ ਤੋਂ ਅੰਦਰ ਲੈ ਗਿਆ ਮੈਂ ਆਬਜੈਕਟ ਨੂੰ। ਸੋ P ਐਂਡ F, ਇੱਥੇ ਕੀ ਬਣੂਗਾ? ਸੋ ਦਿਸ ਇਜ਼ ਮਾਈ AB। ਲਓ ਜੀ, ਪੈਰਲਲ ਵਾਪਸ ਕਿੱਧਰੋਂ ਦੀ ਜਾਣਾ ਇਹਨੇ? ਫੋਕਸ ਚੋਂ। ਦੂਜੀ ਰੇ ਮੈਂ ਪੋਲ ਤੇ ਪਾ ਰਿਹਾ, ਜਿੰਨਾ ਕੁ ਐਂਗਲ ਆਹ ਲਗਭਗ ਓਨਾ ਹੀ ਐਂਗਲ ਸਾਡੇ ਕੋਲ ਇੱਧਰ ਬਣਨਾ, ਇਕੁਅਲ ਟੂ ਬਣਨਾ। ਵੈਸੇ ਇੱਥੇ ਮੈਂ ਅੰਦਾਜ਼ੇ ਨਾਲ ਬਣਾਉਣ ਲੱਗਿਆ। ਆ ਜਿਹੜੀਆਂ ਰੇਜ਼ ਨੇ ਦੇ ਵਿਲ ਨੈਵਰ ਮੀਟ ਈਚ ਅਦਰ, ਕਿਉਂਕਿ ਇਹ ਡਾਈਵਰਜ ਹੋ ਰਹੀਆਂ ਨੇ।
दूर दूर जा रही ਇਹਦਾ मतलब ਮੈਨੂੰ ਜਿਹੜੀਆਂ ਦੋਨੇ ਨੇ ਦੇਖਣਾ ਪੈਣਾ ਵੀ ਆਉਂਦੀਆਂ ਕਿੱਥੋਂ ਲੱਗਦੀਆਂ ਸੋ ਆਈ ਵਿਲ reproduce these lines ਲਓ ਜੀ so there is one case when concave mirror forms a erect image ਕਿੱਥੇ erect ਬਣਾਉਂਦਾ ਜਦੋਂ ਆਬਜੈਕਟ ਨੂੰ ਪਲੇਸ ਕਰੀਏ ਬਿਟਵੀਨ P ਐਂਡ F ਕਲੀਅਰ ਇੱਕੋ ਹੀ ਕੇਸ ਸੋ ਇਹ ਧਿਆਨ ਰੱਖਿਓ ਤੇ ਇਸੇ ਤਰ੍ਹਾਂ ਤੁਸੀਂ ਜਿਹੜਾ ਕਨਵੈਕਸ ਮਿਰਰ ਆ ਇਹ ਹਮੇਸ਼ਾ ਹੀ ਇਹ ਬਣਾਉਂਦਾ ਵਰਚੁਅਲ ਇਮੇਜ ਸੋ ਇੱਥੇ ਵਰਚੁਅਲ ਬਣਦਾ ਬਾਕੀ ਕੇਸਿਸ ਦੇ ਵਿੱਚ ਇਮੇਜ ਰੀਅਲ ਬਣੂਗਾ ਬਟ ਕਨਕੇਵ ਦੇ ਕੇਸ 'ਚ ਜੇ ਆਬਜੈਕਟ ਸਾਡਾ P ਤੇ F ਦੇ ਵਿਚਾਲੇ ਆ ਦੈਨ ਇਟ ਵਿਲ ਮੇਕ ਏ ਵਰਚੁਅਲ ਇਰੈਕਟ enlarged in size image clear ਅਸੀਂ ਇਹਦੇ ਨਾਲ ਦਾ ਹੁਣ ਇੱਕ ਛੋਟਾ ਜਿਹਾ ਕੁਐਸਚਨ ਕਰਕੇ ਦੇਖ ਲਈਏ ਪਰ ਉਦੋਂ ਪਹਿਲਾਂ ਕੁਐਸਚਨ ਕਰਨ ਤੋਂ ਪਹਿਲਾਂ ਇੱਕ ਚੀਜ਼ ਹੋਰ ਵਾਟ ਅਬਾਊਟ ਦੀ ਮੈਗਨੀਫਿਕੇਸ਼ਨ ਅਸੀਂ ਕਿਵੇਂ ਦੇਖਦੇ ਹਾਂ ਵੀ ਸਾਡਾ ਇਮੇਜ ਕਿੰਨਾ ਵੱਡਾ ਬਣਿਆ ਸੋ ਦਿਸ ਇਜ਼ ਕਾਲਡ ਲੀਨੀਅਰ ਮੈਗਨੀਫਿਕੇਸ਼ਨ linear magnification is the ratio of size of the image to the size of object मतलब ਜੇ ਸਾਡਾ ਆਹ ਆਬਜੈਕਟ ਸੀਗਾ ਤੇ ਦੀ ਹਾਈਟ h ਸੀ ਅਬਵ ਪ੍ਰਿੰਸੀਪਲ ਐਕਸਿਸ ਤੇ ਇਮੇਜ ਦੀ ਹਾਈਟ ਬਣੀ ਆ ਸਾਡੀ h ਡੈਸ਼ ਬਿਲੋ ਪ੍ਰਿੰਸੀਪਲ ਐਕਸਿਸ ਆ ਤਾਂ ਇਹਦਾ ਮਤਲਬ ਸਾਡੀ ਜਿਹੜੀ ਮੈਗਨੀਫਿਕੇਸ਼ਨ ਆ ਐਮ ਇਹਦਾ ਸਿੰਬਲ ਆ ਤਾਂ ਇਹਨੂੰ ਅਸੀਂ ਕੀ ਲਿਖਾਂਗੇ AB ਅਪੋਨ A ਡੈਸ਼ B ਡੈਸ਼ ਕਲੀਅਰ ਤੇ AB ਕਿੰਨਾ ਸਾਡਾ H ਕਨਵੈਨਸ਼ਨ ਲਾਉਣੀ ਆ ਸਾਈਨ ਕਨਵੈਨਸ਼ਨ A ਡੈਸ਼ B ਡੈਸ਼ ਕਿੰਨਾ -H ਕਲੀਅਰ ਇੱਥੇ ਤੁਸੀਂ H ਨੂੰ ਕੱਟ ਨਹੀਂ ਸਕਦੇ ਬਿਕੋਜ਼ ਇਹ ਲੈਂਥ ਆ ਇਹ ਲੈਂਥ ਡਿਫਰੈਂਟ ਆ ਫਰੋਮ AB H ਡੈਸ਼ ਸੌਰੀ ਸੋ ਦਿਸ ਇਜ਼ H ਡੈਸ਼ ਕਲੀਅਰ ਹੁਣ ਇਹਦਾ ਫਾਰਮੂਲਾ ਡਰਾਈਵ ਕਰ ਲਈਏ ਜਸਟ ਅਸੀਂ ਇੱਥੋਂ ਹੀ ਇਕੁਏਸ਼ਨ ਚੂਜ਼ ਕੀਤੀਆਂ ਸੀਗੀਆਂ ABP ਤੇ A ਡੈਸ਼ B ਡੈਸ਼ P ਦੋਨੇ ਸਿਮਿਲਰ ਸੀਗੀਆਂ ਤਾਂ ਸਾਡੇ ਕੋਲੇ ਰਿਜ਼ਲਟ ਕੀ ਆਇਆ ਸੀਗਾ A ਡੈਸ਼ B ਡੈਸ਼ ਅਪੋਨ AB ਹੁਣ ਮੈਂ ਕੀ ਕੀਤਾ ਪਹਿਲੇ ਦਾ ਪਰਪੈਂਡੀਕੂਲਰ ਬਟੇ ਦੂਜੇ ਦਾ ਪਰਪੈਂਡੀਕੂਲਰ ਪਹਿਲੇ ਦਾ ਬੇਸ ਬਟੇ ਦੂਜੇ ਦਾ ਬੇਸ ਪਹਿਲੀ ਕਿਹੜੀ ਸੀ ABP ਇਹਦਾ ਬੇਸ ਕੀ ਆ PB ਬਟੇ ਦੂਜੀ ਦਾ ਬੇਸ PB ਡੈਸ਼ PB ਕੀ ਆ ਜੀ PB ਇਜ਼ ਆਵਰ -U PB ਡੈਸ਼ ਕੀ ਆ -V ਤੋ ਇਹਦਾ ਮਤਲਬ A ਡੈਸ਼ B ਡੈਸ਼ ਅਪੋਨ AB ਇਜ਼ ਇਕੁਅਲ ਟੂ U ਅਪੋਨ V ਮਾਈਨਸ ਕੱਟੇ ਗਏ ਪਰ A ਡੈਸ਼ B ਡੈਸ਼ ਬਟੇ AB ਕੀ ਆ ਸਾਡੇ ਕੋਲੇ A ਡੈਸ਼ B ਡੈਸ਼ ਉੱਪਰ ਆ ਹੁਣ ਤੇ AB ਥੱਲੇ ਆ ਇੱਥੇ AB ਉੱਪਰ ਸੀ ਇੱਥੇ ਮੈਂ ਗਲਤ ਲਿਖ ਗਿਆ ਦੇਖੋ ਸਾਈਜ਼ ਆਫ ਦੀ ਇਮੇਜ ਓਵਰ ਸਾਈਜ਼ ਟੂ ਦੀ ਸਾਈਜ਼ ਆਫ ਆਬਜੈਕਟ ਸਾਈਜ਼ ਆਫ ਦੀ ਇਮੇਜ ਕੀ ਸੀਗਾ A ਡੈਸ਼ B ਡੈਸ਼ ਬਟੇ AB ਇਹਦਾ ਮਤਲਬ ਇੱਥੇ ਉੱਪਰਲੇ ਪਾਸੇ H ਡੈਸ਼ ਅਪੋਨ H ਸੋ A ਡੈਸ਼ B ਡੈਸ਼ ਅਪੋਨ AB ਦੀ ਵੈਲਿਊ ਕਿੰਨੀ ਆ -H ਡੈਸ਼ ਅਪੋਨ H ਸੋ ਇਹਦਾ ਮਤਲਬ ਇਹ -H ਡੈਸ਼ ਅਪੋਨ H ਸੋ ਮੈਗਨੀਫਿਕੇਸ਼ਨ ਦੇ ਸਾਡੇ ਕੋਲੇ ਦੋ ਫਾਰਮੂਲੇ ਹੋ ਗਏ ਆਈਦਰ ਵੀ ਕੈਨ ਰਾਈਟ -H ਡੈਸ਼ ਅਪੋਨ H ਜਾਂ ਅਸੀਂ ਕੀ ਲਿਖ ਸਕਦੇ ਹਾਂ U ਅਪੋਨ V ਅਪੋਨ U ਹੋਣਾ ਚਾਹੀਦਾ ਯਾਰ ਇਹ ਹੈ ਨਾ ਇੱਥੇ ਵੀ ਚੇਂਜ ਹੋ ਗਿਆ ਤਾਂ ਵੀ ਚੇਂਜ ਹੋ ਗਿਆ PV ਡੈਸ਼ ਇੱਥੇ ਸਾਡੇ ਕੋਲ ਆਊਗਾ V ਇੱਥੇ ਕੀ ਆਊਗਾ U ਸੋ V ਅਪੋਨ U ਇਹਦਾ ਮਤਲਬ ਡਿਸਟੈਂਸ ਆਫ ਦੀ ਇਮੇਜ ਫਰੋਮ ਪੋਲ ਓਵਰ ਡਿਸਟੈਂਸ ਆਫ ਦੀ ਆਬਜੈਕਟ ਫਰੋਮ ਪੋਲ ਅਸੀਂ ਉੱਦਾਂ ਵੀ ਇਹਨੂੰ ਲੈ ਸਕਦੇ ਹਾਂ ਕਲੀਅਰ ਸੋ ਇਹ ਦੋ ਚੀਜ਼ਾਂ ਤੁਸੀਂ ਧਿਆਨ ਨਾਲ ਕਰ ਲੈਣੀਆਂ ਨੇ ਨੂਮੈਰੀਕਲ ਕਰਕੇ ਦੇਖ ਲਈਏ ਇੱਕ ਐਗਜ਼ਾਮਪਲ ਨੰਬਰ 9.3
ਐਨ ਆਬਜੈਕਟ ਇਜ਼ ਪਲੇਸਡ ਐਟ 10 ਸੈਂਟੀਮੀਟਰਸ। ਪਹਿਲਾ ਪਾਰਟ ਕਰਾਂਗੇ। in front of a concave mirror of radius of curvature 15 centimeter। radius of curvature ਦਿੱਤਾ ਹੋਇਆ 15 centimeters। find the position, nature and magnification of the image। r ਦੀ ਵੈਲਿਊ ਦਿੱਤੀ ਹੋਈ ਹੈ। ਕਨਕੇਵ ਮਿਰਰ ਆ, ਦਿਮਾਗ ਨਾਲ ਸੋਚੋ ਵੀ r ਉਹਦਾ ਕਿੱਧਰ ਹੁੰਦਾ। ਕਨਕੇਵ ਮਿਰਰ ਦੀ r ਇੱਧਰ ਨੂੰ ਹੁੰਦੀ ਆ, ਇਹਦਾ ਮਤਲਬ r ਵਿਲ ਬੀ ਨੈਗੇਟਿਵ। ਤੇ ਸਾਨੂੰ ਆਬਜੈਕਟ ਦੀ ਪੋਜੀਸ਼ਨ ਦਿੱਤੀ ਹੋਈ ਆ, u ਦਿੱਤਾ ਹੋਇਆ 10 ਸੈਂਟੀਮੀਟਰ। ਆਬਜੈਕਟ ਨੂੰ ਰੱਖਦੇ ਕਿੱਧਰ ਆ, ਕਨਕੇਵ ਮਿਰਰ ਦੇ ਖੱਬੇ ਪਾਸੇ ਇਸ ਕੇਸ 'ਚ। ਇਹਦਾ ਮਤਲਬ ਇਹ ਹੋਇਆ ਵੀ ਡਿਸਟੈਂਸ ਕਿੱਧਰ ਨੂੰ ਮਿਣਿਆ ਜਾਣਾ, ਉਲਟ ਡਾਇਰੈਕਸ਼ਨ 'ਚ ਫਰੋਮ ਇਨਸੀਡੈਂਟ ਰੇ। ਜੇ ਉਲਟ ਡਾਇਰੈਕਸ਼ਨ 'ਚ ਮਿਣਿਆ ਜਾਣਾ ਦੈਨ ਇਟ ਵਿਲ ਬੀ ਵਿਦ ਨੈਗੇਟਿਵ ਸਾਈਨ, ਕਿਉਂਕਿ ਸਾਈਨ ਕਨਵੈਨਸ਼ਨ ਆ, ਇਹ ਧਿਆਨ ਰੱਖਣਾ। ਪਹਿਲਾਂ ਹੀ ਗਿਵਨ ਦੇ ਵਿੱਚ ਹੀ ਸਾਈਨ ਕਨਵੈਨਸ਼ਨਾਂ ਦੇਖ ਕੇ ਸਾਈਨ ਲਾਉਣੇ ਆ। ਇੱਕ ਸਾਈਨ ਗਲਤ ਹੋ ਗਿਆ, ਸਾਰਾ ਸਵਾਲ ਗਲਤ ਹੋ ਜਾਣਾ। ਸੋ ਇਸ ਗੱਲ ਦਾ ਧਿਆਨ ਰੱਖਣਾ। ਅਸੀਂ ਕੀ ਫਾਈਂਡ ਕਰਨਾ, ਫੋਕਲ ਲੈਂਥ, ਫਾਈਨਲ ਇਮੇਜ ਦੀ ਪੋਜੀਸ਼ਨ, ਨੇਚਰ, ਐਵਰੀਥਿੰਗ ਦੱਸਣਾ। ਸੋ f(1/f) ਇਜ਼ ਇਕੁਅਲ ਟੂ 1/u ਪਲੱਸ 1/v। r ਤੋਂ ਸਾਨੂੰ ਕੀ ਪਤਾ ਲੱਗ ਜੂਗਾ, ਕਿਉਂਕਿ f ਆ ਜਿਹੜੀ ਉਹ ਸਾਡੇ ਕੋਲ ਕੀ ਹੁੰਦੀ ਆ ਜੀ, r/2। ਇਹਦਾ ਮਤਲਬ ਇਹ ਆ ਗਿਆ -15/2 ਸੈਂਟੀਮੀਟਰ। ਸੋ ਇਟ ਵਿਲ ਬੀ -7.5। ਸੋ 1/f 1/-7.5 ਇਕੁਅਲ ਟੂ 1/u -10 ਪਲੱਸ 1/v। ਕੈਲਕੂਲੇਟ ਕਰੋ v ਕਿੰਨਾ ਆ ਗਿਆ। -30 ਸੈਂਟੀਮੀਟਰਸ। ਇਹਦਾ ਮਤਲਬ ਇਹ ਹੋਇਆ ਵੀ ਜਿਹੜਾ ਇਮੇਜ ਦੀ ਪੋਜੀਸ਼ਨ ਆ ਨੈਗੇਟਿਵ ਸਾਈਨ ਸਾਨੂੰ ਕੀ ਦੱਸਦਾ ਵੀ ਇਹ ਇੱਧਰਲੇ ਪਾਸੇ ਨੂੰ ਹੀ ਆ। ਇਹਦਾ ਮਤਲਬ ਜੇ ਆਬਜੈਕਟ 10 ਸੈਂਟੀਮੀਟਰ ਤੇ ਪਿਆ ਸੀ ਤਾਂ ਇਮੇਜ ਕਿੱਥੇ ਪਿਆ, 30 ਸੈਂਟੀਮੀਟਰ ਤੇ। ਤੇ ਜੇ ਇਹ ਖੱਬੇ ਪਾਸੇ ਹੀ ਬਣਿਆ ਇਨ ਕੇਸ ਆਫ ਕਨਕੇਵ ਮਿਰਰ, ਤਾਂ ਇਹਦਾ ਮਤਲਬ ਇਹ ਕੀ ਬਣਿਆ, ਰੀਅਲ ਇਮੇਜ ਬਣਿਆ। ਉਸੇ ਪਾਸੇ ਰੇਜ਼ ਐਕਚੁਅਲੀ ਮੀਟ ਕੀਤੀਆਂ। ਜੇ 30 ਸੈਂਟੀਮੀਟਰ ਦੂਰ ਆ ਰੀਅਲ ਬਣਿਆ ਤੇ ਸਾਈਜ਼ ਕਿੰਨਾ ਬਣੂਗਾ, ਉਹ ਮੈਗਨੀਫਿਕੇਸ਼ਨ ਕੱਢਾਂਗੇ। ਸੋ ਇਹ ਸਾਡੇ ਕੋਲੇ v ਨਿਕਲਿਆ ਆ। ਤੇ ਕੈਲਕੂਲੇਟ ਮੈਗਨੀਫਿਕੇਸ਼ਨ, ਹਾਂਜੀ 3 ਆ ਗਈ। ਮੈਗਨੀਫਿਕੇਸ਼ਨ 3 ਹੈ, ਮਤਲਬ 3 ਟਾਈਮਸ ਲਾਰਜਰ ਦੈਨ ਦੀ ਆਬਜੈਕਟ। ਸੋ ਇਟ ਇਜ਼ ਐਨਲਾਰਜਡ ਇਮੇਜ। ਕਲੀਅਰ। ਹੋਰ ਕੀ ਪੁੱਛਿਆ ਸੀ ਉਹਨੇ, ਪੋਜੀਸ਼ਨ, ਨੇਚਰ ਐਂਡ ਮੈਗਨੀਫਿਕੇਸ਼ਨ। ਕਲੀਅਰ। ਪੋਜੀਸ਼ਨ ਅਸੀਂ ਦੱਸਤੀ 30 ਸੈਂਟੀਮੀਟਰਸ ਟੂ ਦੀ ਲੈਫਟ ਆਫ